ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं आप सब ਦਾ अपना सरबजोत ਸਿੰਘ एक बार फिर हाजिर हाँ अपनी चल रही सीरीज सलोक महला 9वां एक कोशिश एक शुरुआत ਨੂੰ ਲੈ ਕੇ। ਅੱਜ ਵੋਲਿਊਮ 6 ਦੇ ਦੌਰਾਨ ਅਸੀਂ ਵਿਚਾਰ ਕਰਾਂਗੇ ਸ਼ਲੋਕ ਨੰਬਰ 41 ਤੋਂ ਲੈ ਕੇ ਸ਼ਲੋਕ ਨੰਬਰ 48 ਤੱਕ। ਹੁਣ ਤੱਕ ਅਸੀਂ ਸ਼ਲੋਕ ਨੰਬਰ 40 ਤੱਕ ਦੀਆਂ ਵਿਚਾਰਾਂ ਕੀਤੀਆਂ ਨੇ ਤੇ ਆਓ ਅੱਜ ਇਹ ਵਿਚਾਰ ਕਰਨ ਤੋਂ ਪਹਿਲੇ ਜੋ ਅਸੀਂ ਕੱਲ ਯਾਨੀ 24 ਨਵੰਬਰ 2017 ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਪੁਰਬ ਜੋ ਸੀ ਉਸ ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟ-ਕੋਟ ਨਮਨ ਕੋਟ-ਕੋਟ ਨਮਸਕਾਰ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ। ਗੁਰੂ ਸਾਹਿਬ ਫਰਮਾਉਂਦੇ ਨੇ ਝੂਠੈ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। जिस तरीके ਦੇ ਨਾਲ ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕਿ ਗੁਰਬਾਣੀ ਦੇ ਅੰਦਰ ਇੱਕ ਇੱਕ ਲਫ਼ਜ਼ ਜੋ ਹੈ ਉਹ ਆਪਸ ਚ ਕੰਪਲੀਮੈਂਟ ਕਰਦਾ ਹੈ, ਇੱਕ ਇੱਕ ਸ਼ਬਦ ਜਿਹੜਾ ਹੈ ਉਹ ਆਪਸ ਚ ਕੰਪਲੀਮੈਂਟ ਚੀਜ਼ਾਂ ਨੂੰ ਹੁਣ ਕਰਦਾ ਹੈ। ਔਰ ਜਿੱਥੇ ਗੁਰੂ ਸਾਹਿਬ ਕਹਿੰਦੇ ਨੇ ਝੂਠੇ ਮਾਨ ਕਹਾ ਕਰੇ, ਕਾਹੇ ਨੂੰ ਤੂੰ ਕਿਉਂ ਝੂਠਾ ਮਾਨ ਕਰੀ ਫਿਰਦਾ ਹੈ ਕਿ ਇਹ ਜਗਤ ਦੇ ਅੰਦਰ ਮੇਰੀ ਇੰਨੀ ਪੈਠ ਹੈ, ਮੇਰੇ ਕੋਲ ਇੰਨਾ ਪੈਸਾ ਹੈ, ਮੇਰਾ ਇੰਨਾ ਰੁਤਬਾ ਹੈ, ਮੇਰਾ ਇੰਨਾ ਮੈਨੂੰ ਪੁੱਛਦੇ ਨੇ ਲੋਕੀ, ਮੇਰੇ ਨਾਲ ਵਿਚਾਰਾਂ ਕਰਦੇ ਨੇ, ਮੇਰੇ ਕੋਲ ਬੜੀ ਵੱਡੀ ਪਦਵੀ ਹੈ, ਮੈਂ ਬੜਾ ਕੋਈ ਮੰਤਰੀ ਹਾਂ ਜਾਂ ਬੜਾ ਮੈਂ ਸੂਬੇਦਾਰ ਹਾਂ ਜਾਂ ਮੈਂ ਕੋਈ ਬਹੁਤ ਵੱਡਾ ਮਤਲਬ ਪ੍ਰਧਾਨ ਹੋ ਗਿਆ ਜਾਂ ਚੇਅਰਮੈਨ ਹੋ ਗਿਆ। ਤੇ ਗੁਰੂ ਸਾਹਿਬ ਸਾਨੂੰ ਸਮਝਾਣਾ ਕਰਦੇ ਨੇ ਕਿ ਇਹ ਸਭ ਝੂਠੇ ਮਾਨ ਨੇ। ਇਹ ਜਗ ਨੂੰ ਸੁਪਨੇ ਦੀ ਤਰ੍ਹਾਂ, ਜਗ ਸੁਪਨੇ ਸਿਉ ਜਾਨ, ਸੁਪਨੇ ਜਿਉ ਜਾਨ। ਅਸੀਂ ਪਹਿਲਾਂ ਵੀ ਵਿਚਾਰ ਕੀਤੀ ਕਿ ਹਰ ਜਗ੍ਹਾ ਗੁਰਬਾਣੀ ਦੇ ਪਗ ਦੇ ਉੱਤੇ ਗੁਰਬਾਣੀ 'ਚ ਬਾਰ-ਬਾਰ ਇਹ ਚੀਜ਼ ਸਾਨੂੰ ਸਮਝਾਣੀ ਕੀਤੀ ਜਾਂਦੀ ਹੈ। ਜਿਸ ਤਰੀਕੇ ਦੇ ਨਾਲ ਸ਼ਬਦ ਆਂਦਾ ਹੈ ਕਹਾਂ ਬਿਸਾਸਾ ਇਸ ਭਾਂਡੇ ਕਾ ਇੱਕ ਨਖ ਲਾਗੀ ਠਣਕਾ। ਤੇ ਜੇ ਅਗਰ ਉਸ ਬੰਦੇ ਦਾ ਟਾਈਮ, ਕਿਉਂਕਿ ਕੋਈ ਮੁਕਰਰ ਟਾਈਮ ਨਹੀਂ ਹੈ, ਕੋਈ ਇਹੋ ਜੀ ਘੜੀ, ਕੋਈ ਇਹੋ ਜੀ ਤਿਥੀ ਯਾਨੀ ਕਿ ਕੋਈ ਡੇਟ ਜਾਂ ਕੋਈ ਵਾਰ, ਇਹੋ ਜਿਹਾ ਕੋਈ ਡੇ, ਕੋਈ ਨਿਯਤ ਨਹੀਂ ਹੈ ਕਿ ਕਿਸ ਦਿਨ ਬੰਦੇ ਨੇ ਤੁਰ ਜਾਣਾ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਇਸੇ ਸਲੋਕਾਂ ਦੇ ਵਿਚਕਾਰ ਸਾਨੂੰ ਗੱਲ ਕੀਤੀ, ਸਾਨੂੰ ਸਮਝਾਣਾ ਕੀਤਾ ਕਿ ਜੈਸੇ ਜਲਤੇ ਬੁਦਬੁਦਾ ਉਪਜੈ ਬਿਨਸੈ ਨੀਤ। ਤੇ ਜਦੋਂ ਉਹ ਬੁਦਬੁਦੇ ਦੀ ਤਰ੍ਹਾਂ ਸਾਡੀ ਲਾਈਫ ਹੈ ਜਿਹੜੀ ਜਿਹਦਾ ਜਗਤ ਦੇ ਅੰਦਰ ਅਸੀਂ ਆ ਕੇ ਜੀ ਰਹੇ ਹਾਂ, ਤਾਂ ਹੀ ਇਹ ਜਗਤ ਸਾਡਾ ਹੈ, ਅਸੀਂ ਇਸ ਜਗਤ ਦੇ ਵਿੱਚ ਹਾਂ। ਜਿੱਦਣ ਇਹ ਖਤਮ ਹੋ ਜਾਏਗਾ, ਗੁਰੂ ਸਾਹਿਬ ਨੇ ਇਸੇ ਸਲੋਕਾਂ ਦੇ ਵਿਚਕਾਰ ਸਾਨੂੰ ਇਹ ਵੀ ਸਮਝਾਣਾ ਕੀਤਾ ਸੀਗਾ ਕਿ ਪੰਜ ਤਤਵ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹ ਕੇ ਉਪਜੈ ਨਾਨਕਾ ਲੀਨ ਤਾਹੇ ਮੈਂ ਮਾਨ। ਤੇ ਉਹ ਵੀ ਜਦੋਂ ਖੁੱਸ ਜਾਏਗਾ ਸਭ ਕੁਝ ਤੇ ਫਿਰ ਮਾਨ ਹੰਕਾਰ ਕਿਸ ਚੀਜ਼ ਦਾ, ਕਿਸ ਗੱਲ ਦਾ। ਗੁਰੂ ਸਾਹਿਬ ਕਹਿੰਦੇ ਨੇ ਇਨ ਮੈਂ ਕਛ ਤੇਰੋ ਨਹੀਂ। ਹੁਣ ਤੇਰਾ ਕੀ ਹੈ ਇਹਦੇ ਚ? ਕੀ ਉਹ ਮਿੱਟੀ ਤੇਰੀ ਹੈ ਜਿਹਦੇ ਨਾਲ ਤੇਰਾ ਸਰੀਰ ਬਣਿਆ ਹੈ? ਕੀ ਉਹ ਅਗਨ ਤੇਰੀ ਹੈ ਜਿਹਦੇ ਨਾਲ ਤੇਰੇ ਸਰੀਰ ਨੂੰ એનર્ਜੀ ਮਿਲ ਰਹੀ ਹੈ? ਕੀ ਉਹ ਪਵਨ ਤੇਰੀ ਹੈ ਜਿਹੜੀ ਤੂੰ ਸਾਹ ਦੇ ਰਾਹੀਂ ਅੰਦਰ ਲੈਣਾ ਹੈ? ਕਿ ਉਹ ਜਲ ਤੇਰਾ ਹੈ ਜਿਹਦੇ ਨਾਲ ਜਿਹੜਾ 70% ਆਫ ਯੋਰ ਬੋਡੀ ਇਜ਼ ਕੰਪੋਜ਼ਡ ਬਾਈ ਵਾਟਰ, ਪਾਣੀ ਹੈ? ਔਰ ਕੀ ਉਹ ਸਪੇਸ ਤੇਰਾ ਹੈ ਜੋ ਤੇਰੀ ਬੋਡੀ ਘੇਰ ਕੇ ਫਿਰਦੀ? ਤੂੰ ਕਿਹਨੂੰ ਆਪਣਾ ਕਹਿਣਾ ਹੈ? ਇਹ ਜਿਹੜਾ ਸਭ ਕੁਝ ਹੈ ਇਹ ਇੱਥੇ ਦਾ ਹੀ ਹੈ, ਇਹ ਕੁਦਰਤ ਦਾ ਮਾਲ ਹੈ। ਤੁਸੀਂ ਸਿਰਫ ਇਸ ਦੇ ਅੰਦਰ ਇੱਕ ਕਿਰਾਏਦਾਰ ਵਾਕਨ ਜਾਂ ਇੱਕ ਰਾਤਰੀ ਵਿਸ਼ਰਾਮ ਕਰਨ ਵਾਕਨ, ਜਾਂ ਜਿੱਦਾਂ ਸੁਪਨੇ ਦੇ ਅੰਦਰ ਤੁਸੀਂ ਅਲੱਗ-ਅਲੱਗ ਜਗ੍ਹਾ ਤੇ ਚਲੇ ਜਾਂਦੇ ਹੋ, ਜਗ ਨੂੰ ਸੁਪਨੇ ਦੀ ਤਰ੍ਹਾਂ ਕਿਸ ਤਰੀਕੇ ਨਾਲ ਮੈਂ ਦੇਖਾਂਗਾ ਕਿ ਸੁਪਨੇ ਦੇ ਅੰਦਰ ਆਪਾਂ ਆਪਣੇ ਬੈੱਡ ਦੇ ਉੱਤੇ ਸੁੱਤੇ ਪਤਾ ਨਹੀਂ ਕਿਹੜੇ ਦੇਸ਼ਾਂ ਵਿਦੇਸ਼ਾਂ ਦੀ ਸ਼ਾਇਦ ਯਾਤਰਾ ਹੀ ਕਰਾਂਦੇ ਹੋਵਾਂਗੇ ਜਾਂ ਕੁਝ ਨਵੇਂ ਲੋਕੇਸ਼ਨਸ ਤੇ ਪਹੁੰਚ ਜਾਂਦੇ ਹੋਵਾਂਗੇ। ਤੇ ਇਹ ਸੁਪਨੇ ਦੀ ਤਰ੍ਹਾਂ ਤੁਸੀਂ ਇੱਥੇ ਹੈਗੇ ਹੋ। ਜਿਸ ਵੇਲੇ ਉਹ ਸੁਪਨਾ ਟੁੱਟ ਜਾਣਾ ਹੈ ਤੇ ਫਿਰ ਕੁਝ ਵੀ ਨਹੀਂ, ਛੜ ਵਾਂਗੁਰ ਕਿਸੇ ਵੀ ਵੇਲੇ। ਤੇ ਫਿਰ ਕਿਸ ਚੀਜ਼ ਦਾ ਮਾਨ ਤੂੰ ਕਰਦਾ ਹੈ? ਗੁਰੂ ਸਾਹਿਬ ਸਾਨੂੰ ਅੱਗੇ ਸਮਝਾਣਾ ਕਰਦੇ ਨੇ ਕਿ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਬਖਾਨ ਮਤਲਬ ਉਹਦਾ ਵਰਣਨ ਕੀਤਾ ਹੈ ਕਹਿ ਕੇ। ਅਗੇਨ ਨਾਨਕ ਇੱਕ ਸੋਚ ਦਾ ਨਾਮ ਹੈ, ਨਾਨਕ ਇੱਕ ਸੋਚ ਵਾਸਤੇ ਪ੍ਰਗਟ ਕੀਤਾ ਗਿਆ ਹੈ। ਸਾਰੇ ਗੁਰੂ ਸਾਹਿਬਾਨ ਨੇ ਨਾਨਕ ਪਦ ਦੇ ਹੇਠ ਆਪਣੀ ਬਾਣੀ ਲਿਖੀ ਔਰ ਉਸੇ ਟ੍ਰੈਡੀਸ਼ਨਲ ਨੂੰ ਲੈ ਕੇ ਚੱਲ ਰਹੇ ਹਾਂ ਕਿ ਇੱਕ ਸੋਚ ਦਾ ਨਾਮ ਵਾਕਨ, ਕਿਸੇ ਸਰੀਰ ਦਾ ਨਾਮ ਨਾਨਕ ਨਹੀਂ ਹੈ। ਅੱਗੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨਮੈ ਮੀਤ ਜਹ ਪ੍ਰਾਣੀ ਹਰ ਰਸ ਕਹਿਓ ਨਾਨਕ ਤਹ ਜਗ ਜੀਤ। ਦੁਬਾਰਾ ਇੱਕ ਵਾਰ ਅਸੀਂ ਇਹਦੇ ਤੇ ਗੌਰ ਫਰਮਾ ਕੇ ਜਿਹੜੇ ਗੱਲ ਨੂੰ ਸਮਝੀਏ, ਜੇ ਗੁਰੂ ਸਾਹਿਬ ਸਾਨੂੰ ਕੀ ਸਮਝਾਣਾ ਕਰਦੇ ਨੇ ਕਿ ਗਰਭ ਕਰਤ ਹੈ, ਆਪਣੇ ਸਰੀਰ ਦੇ ਉੱਤੇ ਬੜਾ ਗਰਵ ਕਰਦਾ ਹੈ ਕਿ ਜੀ ਮੇਰੀ ਬਾਡੀ, ਮੇਰੇ ਡੋਲੇ, ਮੇਰੇ ਬਾਈਸੈਪਸ, ਮੇਰੇ ਟ੍ਰਾਈਸੈਪਸ, ਮੇਰੇ ਚੈਸਟ, ਮੇਰਾ ਇਹ। ਤੇ ਉਹ ਆਪਣੇ ਸਰੀਰ ਦੇ ਉੱਤੇ ਇਦਾਂ ਹੀ ਫ੍ਰੀ ਦਾ, ਮੁਫਤ ਦਾ ਗਰਵ ਕਰੀ ਜਾ ਰਿਹਾ ਹੈ, ਜਿਹੜਾ ਕਿ
ਛਿਨ ਮੈਂ ਬਿਨਸ ਜਾਣਾ ਹੈ, ਛਿਨ ਮੈਂ ਤੁਹਾਡੇ ਤੋਂ ਪਰਾਇਆ ਹੋ ਜਾਣਾ ਹੈ। ਕਿਉਂਕਿ ਗੁਰੂ ਸਾਹਿਬ ਫਿਰ ਇੱਥੇ ਉਹੀਓ ਗੱਲ, ਜੈਸੇ ਜਲ ਮੈਂ ਬੁੱਧਬੁਦਾ ਉਪਜੇ ਬਿਨਸੇ ਨੀਤ ਕੇ, ਇੱਕ ਸੈਕਿੰਡ ਵੀ ਨਹੀਂ ਲੱਗਾ ਉਹ ਬੁੱਧਬੁਦਾ ਖਤਮ ਹੋ ਗਿਆ। ਉਸੇ ਤਰੀਕੇ ਦੇ ਨਾਲ ਇਹ ਸਰੀਰ ਜਿਸ ਨੂੰ ਤੁਸੀਂ ਜਿਹਦੇ ਉੱਤੇ ਬਹੁਤ ਜ਼ਿਆਦਾ ਗਰਵ ਕਰਕੇ ਕਿ ਜੀ ਮੈਂ ਤੇ ਬਹੁਤ ਸੋਹਣਾ ਵਾਂ ਜੀ, ਮੈਂ ਬੜਾ ਸੁਨੱਖਾ ਵਾਂ ਜੀ, ਮੇਰੇ ਤੇ ਫੇਸ ਐਕਸਪ੍ਰੈਸ਼ਨਸ ਇਦਾਂ ਦੇ ਹੈਗੇ ਨੇ, ਮੇਰੀ ਬਾਡੀ ਇਦਾਂ ਦੀ ਹੈਗੀ ਏ, ਉਸ ਦੇਹ ਦੇ ਉੱਤੇ ਤੁਸੀਂ ਗਰਵ ਕਰਦੇ ਪਏ ਹੋ ਜਿਹੜੀ ਕਿ ਬਿਨਸ ਜਾਏਗੀ ਛਿਣ ਦੇ ਅੰਦਰ, ਇੱਕ ਸੈਕਿੰਡ ਦੇ ਵੀ 100ਵੇਂ ਹਿੱਸੇ ਦੇ ਅੰਦਰ ਉਹ ਖਤਮ ਹੋ ਜਾਂਦੀ ਹੈ। ਜਹ ਪ੍ਰਾਣੀ ਹਰ ਜਸ ਕਹਿਓ, ਹਰ ਕੌਣ ਹੈ? ਹੁਣ ਉਹੀ ਹਰ ਦੀ ਗੱਲ ਹੋ ਰਹੀ ਹੈ, ਜਿਹੜਾ ਹਰਨ ਵਾਲਾ, ਹਰਾ ਕਰਨ ਵਾਲਾ, ਹਰਿਆ ਰੱਖਣ ਵਾਲਾ, ਉਸ ਹਰ ਦੇ ਜਸ਼ਨ ਦਾ ਤੁਸੀਂ ਗਾਇਨ ਕੀਤਾ, ਉਸ ਦੇ ਜਸ ਕਹੇ, ਡਿਸਕਸ਼ਨਸ ਕੀਤੀਆਂ, ਉਸ ਅਕਾਲ ਪੁਰਖ ਵਾਹਿਗੁਰੂ ਅੱਲਾ ਰਾਮ ਰਹੀਮ ਜੋ ਤੁਸੀਂ ਉਹਦਾ ਨਾਮ ਦੇਣਾ ਚਾਹੋ, ਉਸ ਦੇ ਤੁਸੀਂ ਜਸ ਗਾਇਨ ਕਰਦੇ ਹੋ। ਨਾਨਕ ਤਹਿ ਜਗਜੀਤ, ਸਮਝੋ ਕਿ ਆਪਣੇ ਆਪ ਨੂੰ ਉਹੀ ਸਿਰਫ ਇੱਕ ਇਹੋ ਜਿਹਾ ਬਲਸ਼ਾਲੀ ਸਮਝ ਸਕਦਾ ਹੈ ਜਿਹਨੇ ਪੂਰੀ ਦੁਨੀਆ ਜਿੱਤ ਲਈ ਹੋਵੇ, ਇਹੋ ਜਿਹਾ ਵੱਡਾ ਆਪਣੇ ਆਪ ਨੂੰ ਕਹਾ ਸਕਦਾ ਹੈ। ਬਾਕੀ ਇਹ 'ਚ ਵੀ ਕੋਈ ਹੰਕਾਰ ਵਾਲੀ ਗੱਲ ਨਹੀਂ ਹੈ ਜੀ ਕਿ ਕਿਸੇ ਨੂੰ ਅਗਰ ਕੁਝ ਬਾਣੀਆਂ ਅਗਰ ਕੰਠਸਥ ਹੋ ਗਈਆਂ ਨੇ ਜਾਂ ਉਹ ਵਰਸਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦੀ ਅਲੱਗ-ਅਲੱਗ ਜਗ੍ਹਾ ਤੋਂ ਕੁਝ ਤੁਕਾਂ ਉਹਨੂੰ ਯਾਦ ਹੋ ਗਈਆਂ ਤੇ ਉਹ ਆਪਣਾ ਭਾਸ਼ਣ ਦੇ ਰਿਹਾ ਹੋਵੇ ਵੱਡੇ ਵੱਡੇ ਕਰਕੇ, ਔਰ ਉਹਦੇ ਵਿੱਚੋਂ ਉਹਨਾਂ ਤੁਕਾਂ ਜਿਹੜੀਆਂ ਉਹਨੂੰ ਕੰਠਸਥ ਨੇ, ਜਿਹੜੀਆਂ ਉਹਨੂੰ ਯਾਦ ਨੇ, ਉਹ ਵੀ ਕਰਕੇ ਉਹਦਾ ਵੀ ਹੰਕਾਰ ਕਰ ਲਵੇ ਤੇ ਸਮਝ ਲਓ ਕਿ ਉਹ ਵੀ ਗੁਰੂ ਸਾਹਿਬ ਪਹਿਲੀ ਲਾਈਨ ਦੇ ਅੰਦਰ ਸਾਨੂੰ ਕਰਨ ਨੇ ਗਰਵ ਕਰਤ ਹੈ ਦੇਖੋ, ਉਹ ਗਰਵ ਵੀ ਨਹੀਂ ਕਰਨਾ ਹੈ ਕਿ ਜੀ ਮੈਨੂੰ ਤੇ ਬਾਣੀ ਪੂਰੀ ਯਾਦ ਹੈ ਜੀ, ਮੈਨੂੰ ਤੇ ਪੜਨ ਦੀ ਲੋੜ ਨਹੀਂ ਹੁੰਦੀ ਜੀ, ਗੁਟਕਾ ਸਾਹਿਬ ਚੁੱਕਣ ਦੀ ਲੋੜ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਬੈਠ ਕੇ ਪੜਨ ਦੀ ਲੋੜ ਨਹੀਂ, ਮੈਨੂੰ ਤੇ ਪੂਰੀ ਬਾਣੀ ਯਾਦ ਹੈ। ਉਹ ਵੀ ਗਰਵ ਨਹੀਂ ਕਰਨਾ, ਉਹਦਾ ਵੀ ਹੰਕਾਰ ਨਹੀਂ ਕਰਨਾ। ਪਰ ਜੇ ਹਰ ਜਸ ਦੀ ਗੱਲ ਕੀਤੀ ਜਾਵੇ, ਉਸ ਹਰੀ ਦੇ ਗੁਣਾਂ ਦੀ ਸਾਂਝ ਕੀਤੀ ਜਾਵੇ, ਉਸ ਹਰੀ ਦੇ ਗੁਣਾਂ ਦੀ ਵਿਚਾਰ ਨੂੰ ਸਾਂਝਾ ਕੀਤਾ ਜਾਵੇ, ਪ੍ਰਗਟ ਕੀਤਾ ਜਾਵੇ, ਕਿਸੇ ਨਾਲ ਡਿਸਕਸ਼ਨ ਕੀਤੀ ਜਾਵੇ, ਬਸ ਉਹੀ ਆਪਣੇ ਆਪ ਨੂੰ ਇੱਕ ਜਗਤ ਦੇ ਜਿੱਤਣ ਦੇ ਬਰਾਬਰ ਦਾ ਸਮਝ ਲਵੇ ਕਿ ਜੀ ਮੈਂ ਤੇ ਹੁਣ ਠੀਕ ਹੈ। ਬਾਕੀ ਇਹਦਾ ਵੀ ਹੰਕਾਰ ਨਹੀਂ ਕਰਨਾ ਕਿਉਂਕਿ ਇਹ ਵੀ ਦੇਹ ਦਾ ਹੰਕਾਰ ਹੋ ਗਿਆ। ਅੱਗੇ ਗੁਰੂ ਸਾਹਿਬ ਫਰਮਾਨਾ ਕਰਦੇ ਨੇ ਜਹ ਘਟ ਸਿਮਰਨ ਰਾਮ ਕੋ, ਇਹ ਵਰਡ ਇੱਕ ਵਾਰ ਫਿਰ ਦੁਬਾਰਾ ਆ ਗਿਆ ਹੈ। ਰਾਮ ਜਿਹੜਾ ਰਮਿਆ ਹੋਇਆ ਹਰ ਪਾਸੇ ਹੈ, ਉਹਦਾ ਸਿਮਰਨ ਮਤਲਬ ਉਹਦੀ ਸੋਚ, ਉਹਦੀ ਵਿਚਾਰ ਜਿਹੜੇ ਘਟ, ਜਿਹੜੇ ਸਰੀਰ, ਜਿਹੜੇ ਮਨ ਦੇ ਵਿੱਚ ਵਸੀ ਹੋਈ ਹੈ, ਉਹਦੀ ਯਾਦ, ਸਿਮਰਨ ਮਤਲਬ ਯਾਦ, ਸਮਰਨ ਕੀਤਾ ਗਿਆ ਹੈ, ਉਹ ਅੰਦਰ ਵਸਿਆ ਹੋਇਆ ਹੈ। ਹੁਣ ਭਜਨ ਦੀ ਗੱਲ ਸੀਗੀ ਤੇ ਉਹ ਗ੍ਰਹਿਣ ਕਰਨਾ ਸੀ, ਸਿਮਰਨ ਦੀ ਗੱਲ ਹੈ ਤੇ ਟਿਕਾਓ ਵਾਲੀ ਗੱਲ ਹੈ ਕਿ ਯਾਦ ਕਰਕੇ ਰੱਖਿਆ ਹੋਇਆ ਹੈ, ਉਹਨੂੰ ਮੈਂ ਭੁੱਲਿਆ ਨਹੀਂ ਹਾਂ। ਜਹ ਘਟ ਸਿਮਰਨ ਰਾਮ ਕੋ ਸੋਨਰ ਮੁਕਤਾ ਜਾਨ। ਮੁਕਤਾ ਮਤਲਬ ਕਿਸ ਚੀਜ਼ ਤੋਂ? ਮੁਕਤਾ ਆਪਣੀ ਸਾਰੀ ਤਰ੍ਹਾਂ ਦੀਆਂ ਟੈਨਸ਼ਨ, ਸਾਰੀ ਤਰ੍ਹਾਂ ਦੀ ਇਨਵੋਲਵਮੈਂਟਸ, ਸਾਰੀ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਮੁਕਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਘਟ, ਜਿਹੜੇ ਵੀ ਮਨ ਦੇ ਅੰਦਰ ਰਾਮ ਦਾ ਟਿਕਾਵ ਹੈ, ਉਸ ਵਸੇ ਹੋਏ ਪਰਮਾਤਮਾ ਦੀ ਸੋਝੀ, ਉਸ ਵਸੇ ਹੋਏ ਪਰਮਾਤਮਾ ਦੀ ਯਾਦ ਤਾਜ਼ਾ ਹੈ, ਜਿਸ ਵੀ ਮਨ, ਜਿਸ ਵੀ ਘਟ ਦੇ ਅੰਦਰ, ਉਹੀ ਨਰ। ਹੁਣ ਇੱਥੇ ਨਰ ਔਰ ਨਾਰੀ ਵਾਲੀ ਗੱਲ ਨਹੀਂ ਹੋ ਰਹੀ ਕਿ ਸਿਰਫ ਹਿਊਮਨ, ਸਿਰਫ ਫੀਮੇਲ ਔਰ ਮੇਲ ਵਾਲਾ ਨਰ ਨਹੀਂ। ਨਰ ਦਾ ਮਤਲਬ ਹੈ ਉਸ ਨਰ ਸਰੂਪ ਦੇ ਅੰਦਰ। ਸੋ ਨਰ ਮਤਲਬ ਨਰ ਹੋਵੇ ਭਾਵੇਂ ਨਾਰੀ ਹੋਵੇ, ਉਹ ਭਾਵੇਂ ਮੇਲ ਹੋਵੇ ਭਾਵੇਂ ਫੀਮੇਲ ਹੋਵੇ, ਉਹਦੇ ਵਿੱਚ ਹੀ ਜਿਹਦੇ ਵਿੱਚ ਰਾਮ ਦੇ ਨਾਮ ਦਾ ਨਿਵਾਸ ਹੈ, ਸਿਮਰਨ ਉਹਦੇ ਅੰਦਰ ਵਸਿਆ ਹੋਇਆ ਹੈ, ਰਾਮ ਉਹੀ ਮੁਕਤ ਹੈ। ਤਹਿ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਕਿ ਉਸ ਨਰ, ਉਸ ਸਰੀਰ, ਉਸ ਨਰ ਜਾਂ ਨਾਰੀ, ਆਦਮੀ ਜਾਂ ਔਰਤ ਦੇ ਵਿੱਚ ਔਰ ਹਰੀ ਦੇ ਵਿੱਚ ਕੋਈ ਅੰਤਰ ਨਹੀਂ ਹੈ। ਹੁਣ ਜਿਸ ਤਰ੍ਹਾਂ ਗੱਲ ਕਿੱਦਾਂ ਅਸੀਂ ਇਹਨੂੰ ਸਮਝ ਕਿੱਦਾਂ ਸਕਦੇ ਹਾਂ, ਜੋ ਬਿਦ ਜਲ ਕੋ ਮੀਨ ਵਾਲੀ ਗੱਲ ਇੱਥੇ ਆ ਗਈ ਕਿ ਮੱਛੀ ਦੇ ਵਿੱਚ ਪਾਣੀ ਹੈ ਔਰ ਪਾਣੀ ਦੇ ਵਿੱਚ ਮੱਛੀ ਹੈ। ਇਸ ਤਰੀਕੇ ਦੇ ਨਾਲ ਜਿਹੜਾ ਵਸਿਆ ਹੋਵੇ ਤੇ ਉਹਦੇ ਔਰ ਹਰੀ ਦੇ ਵਿਚਕਾਰ ਅੰਤਰ ਕਿੱਦਾਂ ਰਹਿ ਸਕਦਾ ਹੈ ਕਿ ਅਗਰ ਉਸਨੇ ਹਰੀ ਦੇ ਗੁਣਾ ਦਾ ਧਾਰਨ ਕਰ ਲਿਆ। ਮੰਨ ਲਓ ਇੱਕ ਚੁੰਬਕ ਹੈ, ਇੱਕ ਮੈਗਨੇਟ। ਹੁਣ ਉਹ ਮੈਗਨੇਟ ਦੇ ਵਿੱਚ ਤੇ ਜਿਹੜੀ ਚੁੰਬਕੀय ਸ਼ਕਤੀ ਹੈ ਜਿਹੜੀ ਖਿੱਚਦੀ ਹੈ, ਦੂਜੇ ਪਾਸੇ ਇੱਕ ਆਇਰਨ ਦੀ ਕਿੱਲ ਹੈ ਜਿਹੜੀ ਹਜੇ ਕਿਸੇ ਨੂੰ ਨਹੀਂ ਖਿੱਚ ਰਹੀ, ਹਜੇ ਕਿਸੇ ਵੀ ਲੋਹੇ ਨੂੰ ਆਪਣੀ ਤਰਫ ਅਟਰੈਕਟ ਨਹੀਂ ਕਰ ਰਹੀ। ਦ ਲਾਅ ਆਫ ਅਟਰੈਕਸ਼ਨ ਸੇਜ਼ ਵਾਟ, ਕਿ ਤੁਸੀਂ ਕਿਸੇ ਨੂੰ ਆਪਣੇ ਵੱਲ ਖਿੱਚਦੇ ਹੋ। ਚੁੰਬਕ ਇੱਕ ਮੈਗਨੇਟ ਦੀ ਤਰ੍ਹਾਂ, ਮੈਗਨੇਟ ਹੈ ਜਿਹੜੀ, ਮੈਗਨੇਟ ਅਗਰ ਕਿਸੇ ਚੀਜ਼ ਨੂੰ ਖਿੱਚ ਰਹੀ ਹੈ ਔਰ ਉੱਥੇ ਹੀ ਉਹ ਜਿਹੜੀ ਕਿੱਲ ਹੈ, ਜਿਹੜੀ ਆਇਰਨ ਦੀ ਇੱਕ ਤੁਸੀਂ ਨੇਲ ਕਹਿ ਦੋ ਜਾਂ ਕਿੱਲ ਕਹਿ ਦੋ, ਉਹ ਕਿਸੇ ਚੀਜ਼ ਨੂੰ ਅਟਰੈਕਟ, ਕਿਸੇ ਹੋਰ ਲੋਹੇ ਦੀ ਕਿੱਲ ਨੂੰ ਅਟਰੈਕਟ ਨਹੀਂ ਕਰਦੀ। ਪਰ ਜੇ ਅਗਰ ਉਸ ਚੁੰਬਕ ਦੇ ਨਾਲ ਉਹਨੂੰ ਲਗਾ ਕੇ ਕੁਝ ਦੇਰ ਰੱਖ ਦਿੱਤਾ ਜਾਵੇ, ਉਹ ਚੁੰਬਕ ਦੇ ਗੁਣਾ ਦਾ ਧਾਰਨ ਕਰ ਲੈਂਦੀ ਹੈ ਨੇਲ। ਉਹ ਕਿੱਲ ਜਿਹੜੀ ਹੈ
ਉਹ ਚੁੰਬਕ ਦੇ ਚੁੰਬਕੀय ਗੁਣਾਂ ਦਾ ਧਾਰਨ ਕਰ ਲੈਂਦੀ ਹੈ ਤੇ ਫਿਰ ਉਹ ਵੀ ਦੂਜੀ ਕਿਲ ਨੂੰ ਅਟਰੈਕਟ ਕਰਨ ਲੱਗ ਜਾਂਦੀ ਹੈ, ਆਪਣੇ ਵੱਲ ਚਿਪਕਾਉਣ ਲੱਗ ਜਾਂਦੀ ਹੈ। ਹੁਣ ਇਹਨੂੰ ਵੀ ਅਸੀਂ ਇੱਕ ਚੁੰਬਕ ਕਹਿ ਸਕਦੇ ਹਾਂ। ਤੇ ਉਸੇ ਤਰੀਕੇ ਦੇ ਨਾਲ ਜੋ ਨਰ ਆਪਣੇ ਮਨ ਦੇ ਅੰਦਰ ਹਰੀ ਦੇ ਗੁਣਾਂ ਦਾ ਧਾਰਨ ਕਰ ਲੈਂਦਾ ਹੈ, ਹਰੀ ਦੇ ਗੁਣਾਂ ਦੇ ਨਾਲ, ਮਤਲਬ ਉਹ ਮੈਗਨੇਟ ਹੈ ਹਰੀ, ਔਰ ਇੱਕ ਮੇਲ ਫੀਮੇਲ ਕੁਝ ਵੀ ਨਰ ਜੋ ਵੀ ਹੈ ਉਹ ਉਸ ਹਰੀ ਦੇ ਨਾਲ, ਉਸ ਚੁੰਬਕ ਦੇ ਨਾਲ ਲੱਗ ਕੇ ਉਹਦੇ ਚੁੰਬਕੀय ਗੁਣਾਂ ਨੂੰ ਧਾਰਨ ਕਰ ਲੈਂਦਾ ਹੈ, ਤੇ ਇਹਨੂੰ ਵੀ ਅਸੀਂ ਚੁੰਬਕ ਕਹਿੰਦੇ ਹਾਂ, ਕਿਉਂਕਿ ਇਹ ਵੀ ਅਟਰੈਕਟ ਕਰ ਰਿਹਾ ਹੈ, ਇਹ ਵੀ ਦੂਜੇ ਕਿਲ ਨੂੰ ਆਪਣੀ ਤਰਫ ਅਟਰੈਕਟ ਕਰ ਰਿਹਾ, ਤੇ ਚੁੰਬਕ ਔਰ ਉਸ ਕਿਲ ਦੇ ਵਿਚਕਾਰ ਕੋਈ ਫਰਕ ਨਹੀਂ ਰਹਿ ਗਿਆ। ਇੱਥੇ ਗੁਰੂ ਸਾਹਿਬ ਫਰਮਾਨਾ ਕਰਦੇ ਨੇ, ਤਹਿ ਨਰ ਹਰ ਅੰਤਰ ਨਹੀਂ ਕਿਦੇ, ਜਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਉਹਦੇ ਔਰ ਹਰੀ ਦੇ ਵਿਚਕਾਰ ਕੋਈ ਫਰਕ ਨਹੀਂ ਹੈ, ਕਿਉਂਕਿ ਉਹਨੇ ਉਹਦੇ ਗੁਣਾਂ ਦਾ ਧਾਰਨ ਕਰ ਲਿਆ ਹੈ। ਇਸੇ ਤਰੀਕੇ ਦੇ ਨਾਲ ਅਗਰ ਪਾਣੀ ਦੇ ਵਿੱਚ ਬਰਫ਼ ਪਾ ਦਿੱਤੀ ਜਾਵੇ ਤੇ ਪਾਣੀ ਵਰਗੀ ਥੋੜੇ ਟਾਈਮ ਬਾਅਦ ਬਰਫ਼ ਹੋ ਜਾਂਦੀ ਹੈ, ਤਾਂ ਉਹ ਇੱਕ ਮਿਕ ਹੋ ਜਾਂਦਾ ਹੈ, ਜਦਕਿ ਉਹ ਦੋ ਅਲੱਗ-ਅਲੱਗ ਕਮੋਡਿਟੀਜ਼ ਸਨ, ਇੱਕ ਲਿਕੁਇਡ ਫਾਰਮ, ਇੱਕ ਸੋਲਿਡ ਫਾਰਮ। ਪਰ ਅਗਰ ਬਰਫ਼ ਨੂੰ ਪਾਣੀ ਦੇ ਵਿੱਚ ਛੱਡ ਦਿੱਤਾ ਜਾਵੇ ਤੇ ਉਹ ਖੁਰਕੇ ਵਿੱਚ ਪਾਣੀ ਦੀ ਪਾਣੀ ਬਣ ਜਾਂਦੀ ਹੈ। ਤੇ ਸਿਮਿਲਰਲੀ मैग्नेट ਦੇ ਨਾਲ ਅਗਰ ਕੋਈ ਇੱਕ ਲੋਹੇ ਦਾ ਟੁਕੜਾ ਲਗਾਤਾ ਜਾਵੇ ਤੇ ਉਹ ਵੀ ਮੈਗਨੇਟ ਬਣ ਜਾਂਦਾ ਹੈ। ਸਿਮਿਲਰਲੀ ਅਗਰ ਹਰੀ ਦੇ ਗੁਣਾਂ ਦਾ ਧਾਰਨ, ਹਰੀ ਦਾ ਸਿਮਰਨ ਮਨ ਦੇ ਵਿੱਚ ਆ ਗਿਆ, ਜੇ ਰਾਮ ਦਾ ਸਿਮਰਨ ਮਨ ਦੇ ਵਿੱਚ ਆ ਗਿਆ ਔਰ ਉਹ ਜੇ ਗੁਣਾਂ ਨੂੰ ਧਾਰਨ ਕਰਨਾ ਸ਼ੁਰੂ ਕਰਤਾ, ਗ੍ਰਹਿਣ ਹੋ ਗਿਆ, ਹੁਣ ਧਾਰਨ ਕਰ ਲਿਆ, ਤੇ ਧਾਰਨ ਕਰਨ ਤੋਂ ਬਾਅਦ ਉਹ ਔਰ ਹਰ ਦੋਨਾਂ ਦੇ ਵਿੱਚ ਕੋਈ ਅੰਤਰ ਨਹੀਂ ਹੈ। ਨਾਨਕ ਸਾਚੀ ਮਾਨ, ਇਹ ਬਿਲਕੁਲ ਸੱਚ ਗੱਲ ਕਰਕੇ ਜਾਣਿਓ, ਇਹਦੇ ਚ ਕਿਨਕਾ ਮਾਤਰ ਵੀ ਸ਼ੰਕਾ ਨਹੀਂ ਤੁਸੀਂ ਕਰਨੀ। ਇਹ ਗੁਰੂ ਸਾਹਿਬ ਅੱਗੇ ਫਰਮਾਉਂਦੇ ਨੇ, ਏਕ ਭਗਤ ਭਗਵਾਨ ਜਹ ਪ੍ਰਾਣੀ ਕੇ ਨਾਹੇ ਮਨ। ਹੁਣ ਗੱਲ ਕਰਦੇ ਨੇ ਕਿ ਅਗਰ ਨਹੀਂ ਹੈ ਤੇ ਉਹ ਭਗਵਾਨ, ਫਿਰ ਵੀ ਉਹ ਗੱਲ ਹੈ ਵਰਡਸ ਦੀ ਹੇਰਾਫੇਰੀ ਦੇ ਵਿੱਚ ਨਹੀਂ ਜਾਣਾ ਸੀ। ਗੁਰੂ ਸਾਹਿਬ ਨੇ ਸਾਨੂੰ ਸਭ ਸਮਝਾਣਾ ਕੀਤਾ ਭਗਵਾਨ ਮਤਲਬ ਫਿਰ ਉਹੀਓ ਅੱਲਾ, ਅਕਾਲ ਪੁਰਖ, ਵਾਹਿਗੁਰੂ, ਰਾਮ, ਰਹੀਮ, ਕੁਝ ਵੀ ਤੁਸੀਂ ਵਰਡ ਯੂਜ਼ ਕੀਤਾ, ਇੱਕ ਵਰਡ ਯੂਜ਼ ਹੋ ਗਿਆ ਭਗਵਾਨ। ਏਕ ਭਗਤ ਭਗਵਾਨ, ਭਗਵਾਨ ਮਤਲਬ ਹਰੀ, ਮਤਲਬ ਵਾਹਿਗੁਰੂ, ਅੱਲਾ, ਅਕਾਲ ਪੁਰਖ, ਉਹਦੇ ਗੁਣਾਂ ਦਾ ਧਾਰਨ, ਉਹਨਾਂ ਦੇ ਗੁਣਾਂ ਨੂੰ ਗ੍ਰਹਿਣ। ਹੁਣ ਭਗਤ ਦੀ ਗੱਲ ਹੋ ਗਈ ਕਿ ਮੈਂ ਗ੍ਰਹਿਣ ਨਹੀਂ ਕਰ ਰਿਹਾ। ਜੈ ਪ੍ਰਾਣੀ ਕੇ ਨਾਹੇ ਮਨ, ਉਹਦੇ ਮਨ ਦੇ ਅੰਦਰ ਉਹ ਅਕਾਲ ਪੁਰਖ, ਅੱਲਾ, ਵਾਹਿਗੁਰੂ, ਰਾਮ, ਰਹੀਮ ਜੀ ਦੇ ਗੁਣਾਂ ਨੂੰ ਧਾਰਨ, ਗ੍ਰਹਿਣ ਨਹੀਂ ਕਰ ਰਿਹਾ। ਧਾਰਨ ਕਿਹੜੀ ਅਵਸਥਾ ਹੋ ਗਈ? ਪਹਿਲੇ ਲੈਣਾ ਹੈ, ਪਹਿਲੇ ਮੈਂ ਖਾਣਾ ਹੈ, ਫਿਰ ਮੈਂ ਉਹਨੂੰ ਅੰਦਰ ਰੱਖਣਾ ਹੈ, ਗ੍ਰਹਿਣ ਕਰਨਾ, ਫਿਰ ਧਾਰਨ ਕਰਨਾ। ਪਹਿਲੇ ਗ੍ਰਹਿਣ ਹੀ ਨਹੀਂ ਕਰ ਰਿਹਾ। ਜੇ ਭਗਤ ਹੀ ਨਹੀਂ ਕਰ ਰਿਹਾ, ਜੇ ਉਹਨੂੰ ਗ੍ਰਹਿਣ ਨਹੀਂ ਕਰ ਰਿਹਾ, ਜਿਸ ਪ੍ਰਾਣੀ ਦੇ ਮਨ ਦੇ ਵਿੱਚ ਨਹੀਂ ਹੈ, ਜੈ ਪ੍ਰਾਣੀ ਕੇ ਨਾਹੇ ਮਨ, ਉਹ ਕੌਣ ਹੈ? ਜੈਸੇ ਸੂਕਰ ਸੁਆਨ। ਹੁਣ ਇੱਥੇ ਤਾੜਨਾ ਰੂਪੀ ਵਰਡ ਦਿੱਤੇ ਗਏ ਨੇ ਕਿ ਉਸ ਸਰੀਰ ਜਿਹਦੇ ਮਨ ਦੇ ਵਿੱਚ ਅਕਾਲ ਪੁਰਖ ਦੇ ਗੁਣਾਂ ਨੂੰ ਗ੍ਰਹਿਣ ਨਹੀਂ ਕੀਤਾ ਜਾ ਰਿਹਾ, ਉਹ ਸਰੀਰ ਇੱਕ ਸੂਕਰ, ਇੱਕ ਸੂਅਰ ਦੇ ਬਰਾਬਰ ਹੈ। ਇੰਨੀ ਵੱਡੀ ਤਾੜਨਾ ਕੀਤੀ ਗਈ ਹੈ। ਔਰ जैसे सुकर सुआन, सुआन मतलब कुत्ते बराबर है। नानक मानो ताहे तन। हुन सानू गुरु साहब की उपदेश दे रहे ने, सानू गुरु साहब समझाना करते ने, गोदी च बिठा के प्यार दे नाल सानू समझाते ने कि अगर तू हरि दे गुणा दा धारण, भगवान दे गुणा नू ग्रहण नहीं कीता, ते ओ जिहड़ा तेरा तन है ओ होर कुछ नहीं, बस सिर्फ सूअर जो कि गंदगी दे विच मूंह मारदा है, ਉਹਦੇ ਜਾਂ ਕੁੱਤੇ ਦੇ ਬਰਾਬਰ ਜੋ ਗੰਦਗੀ ਨੂੰ ਗ੍ਰਹਿਣ ਕਰ ਲੈਂਦਾ, ਗੰਦਗੀ ਖਾਂਦਾ, ਜਾਂ ਉਹ ਵਰਥਲੈਸ ਇੱਕ ਤਰ੍ਹਾਂ ਨਾਲ ਉਹਦਾ ਜੀਵਨ। ਕਦੀ ਕਿਸੇ ਵੇਲੇ ਤੁਸੀਂ ਕੂੜੇ ਦੇ ਵਿੱਚ ਫਿਰਦੇ ਹੋਏ ਸੂਅਰ ਔਰ ਕੁੱਤਿਆਂ ਨੂੰ ਵੇਖੋ, ਉਹਨਾਂ ਵਰਗੀ ਤੁਹਾਡੀ ਜ਼ਿੰਦਗੀ ਸਿਰਫ ਇੱਕ ਖਾਣਾ ਔਰ ਖਾਣਾ ਔਰ ਖਾਣਾ ਔਰ ਅਲੱਗ-ਅਲੱਗ ਉਦਾਂ ਦੀਆਂ ਚੀਜ਼ਾਂ, ਔਰ ਉਹਦੇ ਇਲਾਵਾ ਕੁਝ ਨਹੀਂ। ਗੁਰੂ ਸਾਹਿਬ ਇਹ ਵਰਡਸ ਜਿਹੜੇ ਸਪੈਸੀਫਿਕ ਵਰਡਸ ਧਾਰਨ ਕਰਕੇ ਤਾੜਨਾ ਦੇ ਰੂਪ ਦੇ ਅੰਦਰ ਕਹਿ ਰਹੇ ਨੇ ਕਿ ਭਗਵਾਨ ਦੀ ਭਗਤੀ, ਭਗਵਾਨ ਮਤਲਬ ਅੱਲਾ, ਅਕਾਲ ਪੁਰਖ, ਵਾਹਿਗੁਰੂ, ਰਾਮ, ਰਹੀਮ, ਉਹਦੇ ਗੁਣਾਂ ਨੂੰ ਧਾਰਨ ਜਿਹੜਾ ਮਨ ਨਹੀਂ ਕਰ ਰਿਹਾ, ਉਹ ਮਨ ਜਿਹੜੇ ਤਨ ਦੇ ਵਿੱਚ ਟਿਕਿਆ ਹੋਇਆ ਹੈ, ਉਹ ਸੂਅਰ ਔਰ ਕੁੱਤੇ ਦੇ ਬਰਾਬਰ ਹੈ। ਔਰ ਫਿਰ ਨਾਲ ਕਹਿੰਦੇ ਨੇ, ਨਾਨਕ ਮਾਨੋ ਤਾਹੇ ਤਨ, ਸੱਚੀ ਕਰਕੇ ਉਹ ਤੁਹਾਨੂੰ ਉਸ ਤਨ ਨੂੰ ਕਹਿੰਦੇ ਨੇ ਕਿ ਇਹ ਸੂਅਰ ਔਰ ਕੁੱਤੇ ਦੇ ਬਰਾਬਰ। ਹੁਣ ਆਪ ਅਸੀਂ ਵਿਚਾਰ ਕਰੀਏ ਥੋੜੀ ਜੀ ਕਿ ਕੀ ਗੁਰੂ ਸਾਹਿਬ ਦੀ ਬਾਣੀ ਦੇ ਵਿਚਕਾਰ ਜਿਹੜੇ ਵਰਡਸ ਯੂਜ਼ ਹੋਏ ਨੇ, ਕੀ ਇਹ ਸੱਚਮੁੱਚ ਤੁਹਾਨੂੰ ਗਾਲ ਦੇ ਰਹੇ ਨੇ? ਕੀ ਇਹ ਤੁਹਾਨੂੰ ਸੱਚਮੁੱਚ ਸੂਅਰ ਔਰ ਕੁੱਤਾ ਕਹਿ ਰਹੇ ਨੇ? ਨਹੀਂ, ਉਹ ਗੁਰੂ ਸਾਹਿਬ ਸਮਝਾਣਾ ਕਰਦੇ ਨੇ ਕਿ ਹੇ ਪਿਆਰੇ, ਹੇ ਮੇਰੇ ਮੀਤ, ਕਿਉਂਕਿ ਤੁਹਾਨੂੰ ਕਈ ਜਗ੍ਹਾ ਤੇ ਉਹਨਾਂ ਨੇ ਮੀਤ ਕਹਿ ਕੇ ਗੱਲ ਕੀਤੀ, ਪਿਆਰੇ ਕਰਕੇ ਗੱਲ ਕੀਤੀ, ਮਤਲਬ ਮੀਤ ਦਾ ਮਤਲਬ ਦੋਸਤ, ਪਿਆਰਾ ਦੋਸਤ। ਔਰ ਤਾਂ ਆਪਣੀ ਗੋਦੀ 'ਚ ਬਿਠਾ ਕੇ ਸਮਝਾਣਾ ਕਰ ਰਹੇ ਨੇ ਕਿ ਜੇ ਅਗਰ ਇਦਾਂ ਦਾ ਨਹੀਂ ਹੋਏਗਾ ਤੇ ਇੱਕ ਕੁੱਤੇ ਔਰ ਸੂਅਰ ਦੇ ਬਰਾਬਰ ਜੀਣ ਦੇ ਹੈ।
ਅੱਗੇ ਗੱਲ ਕਰ ਸਕਦੇ ਹਾਂ, स्वामी को ग्रह ज्यो सदा। ਹੁਣ ਦੁਬਾਰਾ ਇੱਥੇ ਸਮਝਣਾ ਗੱਲ ਨੂੰ, ਕੁਝ ਸਮਝਣ ਵਾਲੀ ਗੱਲ ਵੀ ਆ ਰਹੀ ਹੈ। स्वामी को ग्रह ज्यो सदा स्वान तजत नहीं नित। ਸਵਾਨ ਕੁੱਤੇ ਦਾ ਇੱਕ ਨਾਮ, ਕੁੱਤੇ ਨੂੰ ਕਿਹਾ ਜਾਂਦਾ ਹੈ ਭਾਸ਼ਾ ਚੇਂਜ ਕਰਕੇ। ਸਵਾਨ ਮਤਲਬ ਕੁੱਤਾ, ਤੇ ਜਿਹੜਾ ਉਹਦਾ ਸਵਾਮੀ, ਦਾ ਮਾਸਟਰ ਆਫ ਦੈਟ ਡੌਗ, ਉਸ ਕੁੱਤੇ ਦਾ ਜਿਹੜਾ ਮਾਲਕ ਹੈ, ਉਹ ਕੁੱਤਾ ਆਪਣੇ ਉਸ ਮਾਲਕ ਦਾ ਘਰ ਕਦੀ ਨਹੀਂ ਭੁੱਲਦਾ। ਤੁਸੀਂ ਉਸ ਕੁੱਤੇ ਨੂੰ ਬਾਈਕ ਤੇ, ਗੱਡੀ ਤੇ ਬਿਠਾ ਕੇ ਕੋਈ 15 20 25 ਕਿਲੋਮੀਟਰ ਦੂਰ ਛੱਡ ਕੇ ਆ ਜਾਓ, ਉਹ ਫਿਰ ਵੀ ਭਟਕਦਾ ਘੁੰਮਦਾ ਫਿਰਦਾ ਸੂੰਘਦਾ ਹੋਇਆ ਉਹ ਤੁਹਾਡੇ ਘਰ ਪਹੁੰਚ ਜਾਂਦਾ ਹੈ। ਉਹ ਕਦੀ ਬਾਈ ਚਾਂਸ ਇੱਥੋਂ ਨਿਕਲੇ ਤੇ ਕਿਸੇ ਦੇ ਪਿੱਛੇ ਭੱਜਦਾ ਚਲਾ ਜਾਵੇ, ਕਈ ਮੀਲ ਜਾਣ ਤੋਂ ਬਾਅਦ ਵੀ ਉਹ ਆਪਣੇ ਮਾਲਕ ਦਾ ਘਰ ਪਛਾਣ ਲੈਂਦਾ ਹੈ। ਹੋ ਸਕਦਾ ਹੈ ਕਿ ਕੁਝ ਦੂਰੀ ਜ਼ਿਆਦਾ ਵਧਣ ਕਰਕੇ 25-30 ਕਿਲੋਮੀਟਰ ਜਾਣ ਕਰਕੇ ਉਹ ਉਥੋਂ ਦੀ ਰਾਹ ਨਾ ਲੱਭ ਪਾਏ, ਪਰ ਕਿਸੇ ਤਰੀਕੇ ਅਗਰ ਉਸ ਇਲਾਕੇ ਦੇ ਵਿਚਕਾਰ ਆ ਗਿਆ ਤੇ ਉਹ ਆਪਣੇ ਮਾਲਕ ਦਾ ਘਰ ਜਿਹੜਾ ਹੈ ਪਛਾਣ ਲੈਂਦਾ ਹੈ। ਹੁਣ ਗੁਰੂ ਸਾਹਿਬ ਸਾਨੂੰ ਸਮਝਾਉਣ ਵਾਸਤੇ ਫਿਰ ਦੁਬਾਰਾ ਤੋਂ ਸਵਾਨ ਦਾ ਨਾਮ ਲੈਂਦੇ ਨੇ ਕਿ स्वामी को ग्रह ज्यो सदा स्वान तजत नहीं नित। ਜਿੱਦਾਂ ਇੱਕ ਕੁੱਤਾ ਆਪਣੇ ਮਾਲਕ ਦੇ ਘਰ ਦੀ ਪਛਾਣ ਨੂੰ ਕਦੀ ਵੀ ਨਹੀਂ ਭੁੱਲਦਾ। ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। एग्जाम्पल कुत्ते की क्यों दी गई है कि कुत्ते की एक स्मरण शक्ति, कुत्ते की एक सूंघण की ताकत बहुत तेज है और वो अपने मालक के घर का पता कदी नहीं भुलता। इत्थे एडी वड्डी ताड़ना की गई है और नाल समझाना किया अगले बंद दे अंदर कि नानक एह बिद, इस तरीके दे नाल हर नूं भजो। भजो मतलब धारण करो, हरि दे गुणां नूं धारण इस विधि नाल करो, एक मन ते एक चित्त करके अपना चित्त नहीं डोलाना। जे अगर तुहाडे प्रिंसिपल्स तुहानू कहंदे ने कि तुहानू सब कुछ इक्को दर ते मिलना है, कुत्ते नू भी पता है कि उन्होंने रोटी इत्थों ही मिलनी है, बाकी जगह तो दुत्कार मिलेगी, कोई लत मार देगा, कोई डंडा मार देगा, कोई छोटा मार देगा। उन्होंने अपने मालक का पता इस करके नहीं भुलता क्योंकि उन्होंने सब कुछ उस मालक के घर तो मिलना है। ते जो अगर अपने मालक नू छड्ड के इधर उधर घूमदा रहेगा, ਉਹਨੂੰ ਫਿਰ ਉਹ ਚੀਜ਼ਾਂ ਪ੍ਰਾਪਤ ਨਹੀਂ ਹੋਣਗੀਆਂ, ਕਿਤੇ ਨਾ ਕਿਤੋਂ ਫਿਟਕਾਰ ਦੁਤਕਾਰ, ਕਿਤੇ ਨਾ ਕਿਤੋਂ ਧੱਕੇ ਹੀ ਪੈਂਦੇ ਨੇ। ਇਸ ਕਰਕੇ ਗੁਰੂ ਸਾਹਿਬ ਸਾਨੂੰ ਸਮਝਾਣਾ ਕਰਦੇ ਨੇ ਬਾਰ-ਬਾਰ ਕਿ ਜਿੱਦਾਂ ਸਵਾਮੀ ਦੇ ਘਰ ਦੇ ਵਿੱਚ ਰਹਿ ਕੇ ਇੱਕ ਅਕਾਲ ਪੁਰਖ ਦੇ ਨਾਲ ਅਟੈਚ ਰਹਿ ਕੇ ਜੇ ਤੁਹਾਨੂੰ ਜੋ ਸੁਵਿਧਾਵਾਂ, ਜੋ ਸੁੱਖ ਤੁਹਾਨੂੰ ਮਿਲਦੇ ਨੇ, ਉਹ ਹੋਰ ਕਿਤੇ ਤੁਹਾਨੂੰ ਇੱਧਰ ਉੱਧਰ ਭਟਕਿਆ ਨਹੀਂ ਮਿਲ ਸਕਦੇ। ਅੱਗੇ ਗੱਲ ਕਰਦੇ ਹਾਂ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤਹਿ ਜਿਉ ਕੁੰਚਰ ਇਸਨਾਨ। ਤੇ ਇੱਥੇ ਫਿਰ ਸਾਨੂੰ ਦੁਬਾਰਾ ਇੱਕ ਵਾਰ ਸਮਝਾਣਾ ਕਰਦੇ ਨੇ ਗੁਰੂ ਸਾਹਿਬ ਕਿ ਤੀਰਥ ਭਾਵੇਂ ਜਿੰਨੇ ਮਰਜ਼ੀ ਕਰ ਲੋ, ਜਿੰਨੇ ਮਰਜ਼ੀ ਵਰਤ ਰੱਖ ਲੋ, ਜਿੰਨੀ ਮਰਜ਼ੀ ਪ੍ਰਾਪਤੀਆਂ ਦੇ ਲਈ, ਔਰ ਦਾਨ ਵੀ ਜਿੰਨਾ ਮਰਜ਼ੀ ਕਰ ਲੋ, ਭਾਵੇਂ ਆਪਣਾ ਪੂਰਾ ਘਰ ਸਰਬੰਸ ਦਾਨ, ਮਤਲਬ ਜਿੰਨਾ ਵੀ ਤੁਹਾਡਾ ਘਰ ਦਾ, ਜਿੰਨਾ ਵੀ ਤੁਹਾਡਾ ਪੈਸਾ, ਜਿੰਨਾ ਵੀ ਤੁਹਾਡਾ ਅੱਗੇ ਪਿੱਛੇ ਕਾਰੋਬਾਰ ਹੈ, ਜਿੰਨਾ ਵੀ ਕੁਛ ਹੈ, ਸਭ ਕੁਛ ਦਾਨ ਕਰ ਦੋ। और मन च जे तुहाडे गुमान है कि जी मैं ते बड़ियां यात्रावां ते गया जी, मेरे वर्गा ते भगत ही कोई नहीं, मैं ते जी बड़े वड्डे वर्त रखे ने जी, मैं हर मंगलवार, वीरवार, बुधवार, कोई भी वार मैं जी हर उस वार नूं वर्त रखदा जी, मैं ते बड़ी भगती लगाया जी, ते मैं ते जी उत्थे जाके जी फलाने बाबा जी नूं, फलाने शेख जी नूं बुलाने, पंडित जी नूं बुलाने, उन्होंने बड़ा दान किया जी, मैं बड़ा पैसा दान किया, मेरे घर दे बाहर लाइन लगी रहिंदी, मैं उन्होंने दान ही दान करता रहना वा। और ये सारा गुमान जे मन च है कि जी मैं कीता ते फिर नानक निहफल जात तह, वो सारियां दी सारियां कीते चंगे काम भी भावें होण, वो सारे दे सारे निहफल चले जाते हैं। एग्जाम्पल की दे रहे हैं, ज्यों कुंचर इस्नान। किसी वेले हाथी नूं तुसीं नहांदे होए वेखियो, छपड़ी दे विचों, नदी दे विचों, नाले दे विचों, कितों दी भी ਉਹ ਨਦੀ 'ਚ ਪੂਰਾ ਨਹਾ ਕੇ ਫਸਟ ਕਲਾਸ ਆਪਣੀ ਸੂੰਢ ਨਾਲ ਆਪਣੇ ਸਰੀਰ ਦੇ ਇੱਕ ਪਾਰਟ ਦੇ ਉੱਤੇ ਪਾਣੀ ਪਾ ਕੇ ਤਰੀਕੇ ਦੇ ਨਾਲ ਉਹਦੇ 'ਚ ਗੋਤੇ ਲਾ ਲੂ ਕੇ ਬਿਲਕੁਲ ਸਾਫ਼ ਸੁਥਰਾ ਹੋ ਕੇ ਬਾਹਰ ਨਿਕਲਦਾ ਹੈ, ਔਰ ਉੱਥੇ ਹੀ ਬਾਹਰ ਹੀ ਰੇਤ ਜਿਹੜੀ ਪਈ ਹੈ ਚੁੱਕ ਕੇ ਆਪਣੀ ਸੂੰਢ ਨਾਲ ਰੇਤ ਫਿਰ ਆਪਣੇ ਉੱਤੇ ਸੁੱਟ ਲੈਂਦਾ ਹੈ। ਯਾਨੀ ਉਹ ਜਿਹੜਾ ਅੰਦਰ ਇੰਨੀ ਸਾਰੀ ਐਕਟੀਵਿਟੀ ਕਰਕੇ ਜਿਹੜੀ ਨਦੀ ਦੇ ਅੰਦਰ ਉਹਨੇ ਆਪਣੇ ਤਨ ਦੀ ਜਿਹੜੀ ਮੈਲ ਉਤਾਰੀ ਹੁੰਦੀ ਹੈ, ਮਿੱਟੀ ਜਿਹੜੀ ਚੜੀ ਹੈ ਜਾਂ
ਹੋਰ ਵੀ ਕੁਝ ਅਗਰ ਗੰਦ ਉਹਦੇ ਉੱਤੇ ਚਿੰਬੜਿਆ ਉਹਨੂੰ ਉਤਾਰ ਦਿੱਤਾ ਹੈ ਤੇ ਬਾਹਰ ਆਂਦੇ ਹੀ ਹਾਥੀ ਫਿਰ ਬਾਹਰ ਦੀ ਰੇਤ ਚੁੱਕ ਕੇ ਆਪਣੀ ਬਾਡੀ ਦੇ ਉੱਤੇ ਪਾ ਲੈਂਦਾ ਹੈ। ਤੋ ਇਹ ਕੀ ਹੋਇਆ ਜੀ ਕਿ ਨਹਾਏ ਤੇ ਫਿਰ ਦੁਬਾਰਾ ਮਿੱਟੀ ਪਾ ਲਈ ਆਪਣੇ ਉੱਤੇ। ਉਸੇ ਤਰੀਕੇ ਦੇ ਨਾਲ ਜਿੰਨਾ ਮਰਜ਼ੀ ਤੀਰਥ ਕੀਤੇ ਹੋਣ, ਜਿੰਨੇ ਮਰਜ਼ੀ ਵਰਤ ਕੀਤੇ ਹੋਣ, ਜਿੰਨਾ ਮਰਜ਼ੀ ਦਾਨ ਦਿੱਤਾ ਹੋਵੇ, ਪਰ ਜੇ ਮਨ ਦੇ ਅੰਦਰ ਉਹਨਾਂ ਸਾਰੀਆਂ ਚੀਜ਼ਾਂ ਦਾ ਹਲਕਾ ਜਿਹਾ ਵੀ ਗੁਮਾਨ ਹੈ ਕਿ ਜੀ ਮੈਂ ਕੀਤਾ ਤੇ ਉਹ ਉਹੀ ਬਰਾਬਰ ਹੈ ਤੁਸੀਂ ਵਾਪਸ ਮਿੱਟੀ ਚੁੱਕ ਕੇ ਆਪਣੇ ਸਿਰ ਦੇ ਉੱਤੇ, ਮਿੱਟੀ ਚੁੱਕ ਕੇ ਆਪਣੇ ਸਰੀਰ ਦੇ ਉੱਤੇ ਆਪਣੇ ਆਪ ਨੂੰ ਫਿਰ ਗੰਦਾ ਮਲੀਨ ਉਸ ਤੋਂ ਵੀ ਜ਼ਿਆਦਾ ਕਰ ਲਿਆ ਜਿੰਨਾ ਤੁਸੀਂ ਨਹਾ ਕੇ ਨਿਕਲੇ ਸੀ। ਜਿੰਨਾ ਵੀ ਤੁਸੀਂ ਵਰਤ ਜਾਂ ਤੀਰਥ ਕਰਕੇ ਉੱਥੇ ਆਏ ਸੀਗੇ ਉਹ ਸਭ ਤੁਸੀਂ ਜ਼ੀਰੋ ਕਰ ਲਿਆ। ਗੁਰੂ ਸਾਹਿਬ ਨੇ ਕਿੰਨੀ ਅੱਛੀ ਸੋਹਣੀ ਐਗਜ਼ਾਮਪਲ ਦੇ ਕੇ ਸਮਝਾਇਆ ਕਿ ਹਾਥੀ ਨੂੰ ਵੇਖ ਲਓ ਨਹਾਉਂਦੇ ਹੋਏ, ਇਮੀਡੀਏਟਲੀ ਬਾਹਰ ਨਿਕਲਦੇ ਹੀ ਉਹ ਚੁੱਕ ਕੇ ਮਿੱਟੀ ਆਪਣੇ ਉੱਤੇ ਪਾ ਲੈਂਦਾ ਹੈ ਤੇ ਉਸ ਤਰੀਕੇ ਦੇ ਨਾਲ ਉਹ ਅੱਗੇ ਖਰਾਬ ਕਰ ਲੈਂਦਾ ਆਪਣਾ ਕੰਮ। ਗੁਰੂ ਸਾਹਿਬ ਅੱਗੇ ਸਮਝਾਣਾ ਕਰਦੇ ਨੇ, ਸਿਰ ਕੰਪਿਓ ਪੱਗ ਡਗਮਗੈ ਨੈਣ ਜੋਤ ਤੇ ਹੀਨ। ਇਹ ਕਿਹੜੀ ਅਵਸਥਾ ਆ ਗਈ ਹੈ ਹੁਣ? ਬਜ਼ੁਰਗੀ ਇੰਨੀ ਹੈਵੀ ਹੋ ਗਈ ਹੈ, ਬਜ਼ੁਰਗੀ ਇੰਨੀ ਹਾਵੀ ਹੋ ਗਈ ਹੈ ਤੁਹਾਡੇ ਉੱਤੇ ਕਿ ਸਿਰ ਜਿਹੜਾ ਹੈ ਉਹ ਕੰਟਰੋਲ 'ਚ ਨਹੀਂ ਹੈ। ਬਜ਼ੁਰਗੀ ਵੇਲੇ ਉਹ ਕੰਬਦਾ ਹੈ, ਉਹ ਡਗਮਗਦਾ ਹੈ, ਕੰਬਦਾ ਹੈ ਪੂਰਾ ਸਿਰ। ਕਈਆਂ ਦਾ ਤੁਸੀਂ ਦੇਖਿਆ ਹੋਏਗਾ ਕਿਸੇ ਤਰੀਕੇ ਨਾਲ ਸਿਰ ਮੂਵ ਹੋ ਰਿਹਾ ਬਜ਼ੁਰਗੀ ਦੇ ਵੇਲੇ, ਕਿਉਂਕਿ ਤੁਹਾਡੇ ਨੈਕ ਦੀ ਮਸਲਸ ਕਮਜ਼ੋਰ ਹੋ ਚੁੱਕੀਆਂ ਨੇ ਉਮਰ ਦੇ ਨਾਲ ਨਾਲ। ਉਸ ਦੇ ਇਲਾਵਾ ਸਰੀਰ ਦੇ ਅੰਦਰ ਵੀ ਉਹ ਤਾਕਤ ਨਹੀਂ ਹੈ। ਉਹਦੇ ਕਰਕੇ ਜਦੋਂ ਸਿਰ ਕੰਬਣ ਲੱਗ ਜਾਵੇ ਤੇ ਇਹਦਾ ਮਤਲਬ ਹੈ ਨਿਸ਼ਾਨੀ ਹੈ ਬਜ਼ੁਰਗੀ ਦੀ। ਪੱਗ ਡਗਮਗ ਹੈ, ਹੁਣ ਬੈਲੈਂਸ ਵੀ ਸਹੀ ਤਰੀਕੇ ਨਾਲ ਨਹੀਂ ਬਣਾ ਪਾ ਰਿਹਾ, ਉਨੀ ਤਾਕਤ ਵੀ ਨਹੀਂ ਹੈ ਕਿ ਆਪਣੇ ਸਰੀਰ ਨੂੰ ਕੰਟਰੋਲ 'ਚ ਰੱਖਿਆ ਜਾ ਸਕੇ। ਮਸਕੂਲਰ ਜਿਹੜੀ ਡਿਸਟਰੈਕਸ਼ਨ ਹੈ ਉਹ ਹੋ ਚੁੱਕੀ ਹੈ, ਸਿਰ ਵੀ ਕੰਬ ਰਿਹਾ ਹੈ ਤੇ ਪੱਗ ਵੀ ਡਗਮਗਾ ਰਿਹਾ ਹੈ, ਬਜ਼ੁਰਗੀ ਹਾਵੀ ਹੋ ਚੁੱਕੀ ਹੈ। ਨੈਣ ਜੋਤ ਤੇ ਹੀਨ, ਤੇ ਅੱਖਾਂ ਦੀ ਵੀ ਜਿਹੜੀ ਜੋਤ ਹੈ, ਅੱਖਾਂ ਦੀ ਵੀ ਜਿਹੜੀ ਰੋਸ਼ਨੀ ਹੈ ਉਹ ਮੱਧਮ ਹੋ ਚੁੱਕੀ ਹੈ ਜਾਂ ਖੁੰਝ ਚੁੱਕੀ ਹੈ, ਦਿਸ ਨਹੀਂ ਰਿਹਾ। ਕਹੋ ਨਾਨਕ ਇਹ ਬਿਦ ਭਈ ਤਉ ਨਾ ਹਰ ਰਸ ਲੀਨ। ਇਹ ਹਰ ਦਾ ਰਸ ਜਿਹੜਾ ਸਵਾਦ ਜਿਹੜਾ ਚਖਣਾ ਸੀ, ਰਸ, ਹੁਣ ਇੱਥੇ ਵਰਡ ਯੂਜ਼ ਕੀਤਾ ਗਿਆ ਟੇਸਟ ਵਾਸਤੇ, ਉਸ ਟੇਸਟ ਨੂੰ ਕਿੱਦਾਂ ਲਓਗੇ ਹੁਣ ਜੇ ਇਹ ਵਿਦ ਪੈ ਗਈ, ਇਹ ਵਾਲੀ ਵਿਧੀ ਹੋ ਗਈ ਜਾਂ ਇਹ ਵਿਦ ਪੈ ਗਈ, ਜਾਂ ਇਸ ਸਟੇਜ ਦੇ ਉੱਤੇ ਤੁਸੀਂ ਆ ਚੁੱਕੇ ਹੋ ਜਿੱਥੇ ਤੁਹਾਨੂੰ ਅੱਖਾਂ ਤੋਂ ਦਿਸ ਨਹੀਂ ਰਿਹਾ, ਸਿਰ ਸਟੇਬਲ ਨਹੀਂ ਹੈ ਔਰ ਪੈਰ ਡਗਮਗਾ ਰਿਹਾ ਹੈ। ਇਹ ਹੁਣ ਕਿਸ ਤਰੀਕੇ ਦੇ ਨਾਲ ਨਹੀਂ ਲਿੱਤਾ ਜਾਏਗਾ, ਇਹ ਤੁਹਾਨੂੰ ਪ੍ਰੋਪਰ ਡੈਫੀਨੇਸ਼ਨ ਦੇ ਦਿੱਤੀ ਗਈ ਹੈ ਕਿ ਉਹ ਸਟੇਜ ਹੋਣ ਤੋਂ ਬਚਾਣੀ ਹੈ ਤੇ ਉੱਥੇ ਵਾਪਸ ਚੱਲਨੇ ਆ। ਤਰੁਣ ਆਪੋ ਇਉਂ ਹੀ ਗਇਓ, ਉਹ ਤਰੁਣ ਆਪਾ ਜਿਹੜਾ ਉਹ ਸੰਭਾਲ ਲਓ। ਜਿਸ ਵੇਲੇ ਤਰੁਣ ਏਜ ਹੈ ਅੱਜ ਉਹਨਾਂ ਦਾ ਫਰਜ਼ ਬਣਦਾ ਹੈ, ਜਿਹੜੇ ਨੌਜਵਾਨ ਜਾਂ ਬਜ਼ੁਰਗ ਨੇ ਉਹਨਾਂ ਦੇ ਆਸ-ਪਾਸ ਤਰੁਣ ਬੱਚੇ ਨੇ, ਉਹਨਾਂ ਨੂੰ ਸੰਭਾਲ ਲਓ। ਉਹਨਾਂ ਨੂੰ ਸੰਭਾਲ ਕੇ ਇੱਕ ਸੁਚੱਜੇ ਤਰੀਕੇ ਦੇ ਨਾਲ, ਜ਼ਬਰਦਸਤੀ ਦੇ ਨਾਲ ਨਹੀਂ ਕਿ ਜੀ ਰੋਟੀ ਤਾਂ ਮਿਲੇਗੀ ਜੇ ਪਹਿਲੇ ਗੁਰਦੁਆਰੇ ਹੋ ਕੇ ਆਏਗਾ, ਨਹੀਂ, ਪਿਆਰ ਦੇ ਨਾਲ। ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਸਾਡਾ ਜਿਹੜਾ ਇਸ਼ਟ ਹੈ, ਸਾਡਾ ਜਿਹੜਾ ਪ੍ਰਭੂ ਹੈ, ਅੱਲਾ ਅਕਾਲ ਪੁਰਖ, ਉਹ ਤਾਂ ਪਿਆਰ ਨਾਲ ਗੱਲ ਕਰਦਾ ਹੈ, ਉਹ ਮਿੱਠ ਬੋਲਣਾ ਹੈ ਸਦਾ। ਤੇ ਅਸੀਂ ਡਾਂਟ ਕੇ ਨਹੀਂ, ਉਹਨੂੰ ਤਰੀਕੇ ਨਾਲ ਮੋਡੀਫਾਈ ਕਰਕੇ, ਕਿਉਂਕਿ ਤਰੁਣ ਏਜ ਦੇ ਵਿੱਚੋਂ ਜਦੋਂ ਉਸ ਛੋਟੀ ਕੋਮਲ ਲਤਾ ਦੇ ਨਾਲ ਇੱਕ ਸਟਿਕ ਲਗਾਤੀ ਜਾਏਗੀ, ਉਸ ਪੂਰੇ ਛੋਟੇ ਪੁੰਗਰ ਦੇ ਪੌਦੇ ਦੇ ਨਾਲ ਇੱਕ ਸਪੋਰਟ ਸਿਸਟਮ ਲਾ ਦਿੱਤਾ ਜਾਏਗਾ ਤੇ ਉਹ 101% ਸਿੱਧਾ ਚੱਲੇਗਾ। ਉਸ ਵੇਲੇ ਫਿਰ ਉਹਨੂੰ ਇਹ ਪਰਵਾਹ ਨਹੀਂ ਰਹੇਗੀ ਕਿ ਸਿਰ ਕੰਪਿਓ, ਪੱਗ ਡਗਮਗੇ ਨੈਣ ਜੋਤ ਤੇ ਹੀਨ। ਉਸ ਸਟੇਜ ਦੇ ਅੰਦਰ ਜਾ ਕੇ ਤੇ ਕੋਈ ਆਏਗਾ ਹੀ ਨਹੀਂ, ਕਿਉਂਕਿ ਗੁਰੂ ਸਾਹਿਬ ਸਾਫ਼ ਫਰਮਾਨਾ ਕਰਦੇ ਨੇ, ਕਹੋ ਨਾਨਕ ਇਹ ਬਿਦ ਭਈ ਤੋ ਨਾ ਹਰ ਰਸ ਲੀਨ। ਫਿਰ ਕਿੱਥੇ ਹਰ ਰਸ, ਕਿੱਥੇ ਫਿਰ ਉਸਦੇ ਸਵਾਦ ਆਣੇ ਨੇ, ਕਿੱਥੇ ਫਿਰ ਉਹਨੂੰ ਗ੍ਰਹਿਣ ਕਰਦੇ ਵੇਲੇ ਉਹਦਾ ਸਾਨੂੰ ਫਲੇਵਰ, ਉਹਦਾ ਟੇਸਟ ਪਤਾ ਲੱਗਣਾ ਹੈ ਕਿ ਕੀ ਬਾਤ ਹੈ। ਜਦੋਂ ਮੂੰਹ ਚੋਂ ਜਦੋਂ ਟੇਸਟ ਪਤਾ ਲੱਗਦਾ ਤੇ ਫਿਰ ਬੰਦਾ ਬਹੁਤ ਜ਼ੋਰ ਦੀ ਕਹਿੰਦਾ ਵਾਹ ਗੁਰੂ ਵਾਹ। ਇਹ ਟੇਸਟ ਕਿਵੇਂ ਆਏਗਾ ਫਿਰ? ਕਿਉਂਕਿ ਉਹ ਸਟੇਜ ਤੇ ਜਾ ਕੇ ਨਹੀਂ ਹੋਏਗਾ, ਉਹਦੀ ਤਿਆਰੀ ਸਾਨੂੰ ਅੱਜ ਕਰਨੀ ਹੈ, ਉਹਦੀ ਤਿਆਰੀ ਵਾਸਤੇ ਸਾਨੂੰ ਅੱਜ ਕੰਮ ਕਰਨਾ ਹੈ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ, ਨਾਨਕ ਥਿਰ ਹਰ ਭਗਤ ਹੈ ਤਹਿ ਰਾਖੋ ਮਨ ਮਾਹੇ। ਗੁਰੂ ਸਾਹਿਬ ਇੱਥੇ ਸਾਨੂੰ ਸਮਝਾਣਾ ਕੀ ਕਰ ਰਹੇ ਨੇ ਕਿ ਉਹਨਾਂ ਨੇ ਪਰਸਨਲ ਤੌਰ ਦੇ ਉੱਤੇ ਹੰਡਾ ਕੇ ਦੇਖਿਆ, ਇਦਾਂ ਦੀ ਗੱਲ ਨਹੀਂ। ਇਹ ਇੱਕ ਯੂਨੀਵਰਸਲ ਮੈਸੇਜ ਦੀ ਗੱਲ ਹੋ ਰਹੀ ਹੈ ਕਿ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਹੀਂ। ਹੁਣ ਅਗਰ ਕਿਸੇ ਦੀ ਮੌਤ ਆਂਦੀ ਹੈ ਤੇ ਉਹਦੀ ਮੌਤ ਨੂੰ ਕੋਈ ਹੋਰ ਦੂਜਾ ਆਪਣੇ ਤੇ ਨਹੀਂ ਲੈ ਸਕਦਾ।
ਕਿਸੇ ਨੂੰ ਕੋਈ ਬਿਮਾਰੀ ਆਂਦੀ ਹੈ, ਉਸ ਦੀ ਬਿਮਾਰੀ ਨੂੰ ਕੋਈ ਦੂਜਾ ਆਪਣੇ ਤੇ ਨਹੀਂ ਲੈ ਸਕਦਾ। ਇੱਥੇ ਕੋ ਕਾਹੂ ਕੋ ਨਾਈ ਦਾ ਮਤਲਬ ਇਹ ਨਹੀਂ ਹੈ ਕਿ ਸਾਰਾ ਦਾ ਸਾਰਾ ਸੰਸਾਰ ਤੁਹਾਨੂੰ ਧੋਖਾ ਦੇਣ ਵਾਸਤੇ ਹੀ ਬੈਠਾ ਹੈ, ਕੋਈ ਤੁਹਾਡਾ ਨਹੀਂ ਹੈ। ਨਹੀਂ, ਤੁਹਾਡੇ ਸੰਗੀ ਸਾਥੀ ਹਨ, ਪਰ ਉਹ ਜਿਹੜੀਆਂ ਚੀਜ਼ਾਂ ਤੁਹਾਡੇ ਸਰੀਰ ਤੇ ਹੰਡਾਈਆਂ ਜਾਣੀਆਂ ਨੇ ਉਹਨਾਂ ਨੂੰ ਉਹ ਸ਼ੇਅਰ ਨਹੀਂ ਕਰ ਸਕਦੇ। ਜੇ ਮੌਤ ਇੱਕ ਪਰਸਨ ਦੀ ਹੈ ਤੇ ਦੂਸਰਾ ਪਰਸਨ ਇਹ ਨਹੀਂ ਕਰ ਸਕਦਾ ਕਿ ਮੈਂ ਮਰ ਜਾਵਾਂ ਤੇ ਇਹ ਬਚ ਜਾਵੇ, ਨਹੀਂ, ਉਹ ਮੌਤ ਉਸੇ ਦੀ ਰਹਿਣੀ ਹੈ। ਜੇ ਅਗਰ ਕੋਈ ਸਰੀਰਕ ਪ੍ਰੋਬਲਮ ਆ ਗਈ ਹੈ ਔਰ ਉਹ ਕੋਈ ਬੰਦਾ ਜੇ ਬਿਮਾਰ ਪੈ ਗਿਆ ਹੈ ਤੇ ਉਸ ਦੀ ਬਿਮਾਰੀ ਨੂੰ ਦੂਜਾ ਲੈ ਕੇ ਉਹਨੂੰ ਸਵਸਥ ਨਹੀਂ ਕਰ ਸਕਦਾ। ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਸਮਝਾਣਾ ਕਰਦੇ ਨੇ ਸਾਨੂੰ ਕਿ ਨਿਜ ਕਰ ਦੇਖਿਓ ਬਈ ਇਸ ਜਗਤ ਦੇ ਅੰਦਰ ਕੋਈ ਕਿਸੇ ਦਾ ਨਹੀਂ ਹੈਗਾ। ਅਗੇਨ ਇੱਥੇ ਉਹ ਗੱਲ ਨਹੀਂ ਹੈ ਫਾਰਮੂਲਾ ਕਿ ਜੀ ਤੁਸੀਂ ਇਹ ਕਹੋ ਜੀ ਕੋਈ ਕਿਸੇ ਦਾ ਨਹੀਂ ਹੈਗਾ ਜੀ ਤੇ ਮੈਂ ਇਕੱਲਾ ਹੀ ਮਸਤ ਰਵਾਂਗਾ ਜੀ, ਮੈਂ ਕਿਸੇ ਨਾਲ ਗੱਲ ਨਹੀਂ ਕਰਾਂਗਾ ਜੀ, ਮੈਂ ਨਹੀਂ। ਵੀ ਆਰ ਐਕਚੁਅਲੀ ਸੋਸ਼ਲ ਪੀਪਲ, ਵੀ ਆਰ ਸੋਸ਼ਲ ਐਨੀਮਲ। ਸਾਨੂੰ ਸਾਰਿਆਂ ਦੇ ਨਾਲ ਕੋਆਪਰੇਟ ਕਰਕੇ ਸਾਰਿਆਂ ਦੀ ਕੋਆਪਰੇਸ਼ਨ ਦੀ ਜ਼ਰੂਰਤ ਹੈ, ਕਿਉਂਕਿ ਹਰ ਬੰਦਾ ਕਿਸਾਨੀ ਨਹੀਂ ਕਰ ਸਕਦਾ, ਹਰ ਬੰਦਾ ਉਸ ਕਿਸਾਨੀ ਤੋਂ ਜਾ ਕੇ ਫੂਡ ਨਹੀਂ ਜਨਰੇਟ ਕਰ ਸਕਦਾ, ਹਰ ਬੰਦਾ ਉਸ ਫੂਡ ਦੀ ਪ੍ਰੋਸੈਸਿੰਗ ਨਹੀਂ ਕਰ ਸਕਦਾ, ਹਰ ਬੰਦਾ ਕੋਈ ਅਲੱਗ-ਅਲੱਗ ਆਈਟਮਸ, ਜਿੱਦਾਂ ਫੂਡ ਨੂੰ ਬਣਾਉਣ ਵਾਸਤੇ ਮੈਨੂੰ ਟਰੈਕਟਰ ਚਾਹੀਦਾ ਤੇ ਹਰ ਬੰਦਾ ਟਰੈਕਟਰ ਨਹੀਂ ਬਣਾ ਸਕਦਾ, ਹਰ ਬੰਦਾ ਟਰੈਕਟਰ ਦੇ ਹਰੇਕ ਪਾਰਟਸ ਨਹੀਂ ਬਣਾ ਸਕਦਾ, ਹਰ ਬੰਦਾ ਉਸ ਫੂਡ ਨੂੰ ਵੇਚ ਨਹੀਂ ਸਕਦਾ ਬਾਜ਼ਾਰ ਜਾ ਕੇ। ਤੇ ਸਾਰਿਆਂ ਦੀ ਇੱਕ ਕੋਲੈਬੋਰੇਟਿਵ ਨੈਟਵਰਕ ਬਣੇਗਾ, ਸਾਰੇ ਆਪਸ ਚ ਮਿਲ ਜੁਲ ਕੇ ਕੰਮ ਕਰਨਗੇ ਤਾਂ ਹੀ ਕੋਈ ਕੰਮ ਸਿਰੇ ਚੜੇਗਾ। ਇੱਥੇ ਜਿਹੜਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਹੀਂ, ਇਹਦਾ ਕੋਈ ਇੱਕ ਗਲਤ ਇੰਟਰਪ੍ਰੀਟੇਸ਼ਨ ਹੋ ਜਾਂਦਾ ਹੈ ਕਿ ਜੀ ਕੋਈ ਕਿਸੇ ਦਾ ਨਹੀਂ ਹੈਗਾ ਇੱਥੇ ਪੂਰੇ ਸੰਸਾਰ ਦੇ ਵਿੱਚ, ਸਾਰੇ ਆਪਣੀ ਆਪਣੀ ਡਬਲੀ ਵਜਾਣਗੇ, ਇਦਾਂ ਨਹੀਂ। ਹਾਂ, ਜਿਹੜੀ ਚੀਜ਼ ਮੈਨੂੰ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਹੰਡਾਣੀ ਹੈ ਉਹਨੂੰ ਕੋਈ ਹੋਰ ਸ਼ੇਅਰ ਨਹੀਂ ਕਰ ਸਕਦਾ। ਇੱਥੇ ਇਹ ਮਤਲਬ ਹੈ ਨਾਨਕ ਥਿਰ ਹਰ ਭਗਤ ਹੈ। ਹੁਣ ਹਰ ਉਸ ਅਕਾਲ ਪੁਰਖ ਅੱਲਾ ਵਾਹਿਗੁਰੂ ਰਾਮ ਰਹੀਮ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਧਾਰਨ, ਉਹਨਾਂ ਨੂੰ ਗ੍ਰਹਿਣ ਕਰਨਾ, ਭਗਤ ਕਰਨਾ। ਨਾਨਕ ਥਿਰ ਉਹ ਸਥਿਰ ਹੈ, ਉਹ ਸਾਰਿਆਂ ਵਾਸਤੇ ਬਰਾਬਰ ਹੈ, ਉਹਨੂੰ ਸਾਰੇ ਮਿਲ ਜੁਲ ਕਰ ਲੈ ਸਕਦੇ ਨੇ। ਜੇ ਅਗਰ ਮੈਂ ਲੈ ਰਿਹਾ ਵਾਂ ਤੇ ਮੈਂ ਸ਼ੇਅਰ ਕਰ ਸਕਦਾ ਵਾਂ ਕਿਸੇ ਦੇ ਨਾਲ ਔਰ ਉਹਦੇ ਲੈਣ ਨਾਲ ਮੇਰਾ ਘਟੇਗਾ ਨਹੀਂ। ਜੇ ਉਹ ਲੈ ਰਿਹਾ ਹੈ ਤੇ ਉਹਦੇ ਕੋਲੋਂ ਮੈਂ ਗ੍ਰਹਿਣ ਕਰ ਸਕਦਾ, ਮੇਰੇ ਲੈਣ ਨਾਲ ਉਹਦਾ ਘਟੇਗਾ ਨਹੀਂ। ਇਹ ਥਿਰ ਹੈ, ਇਹ ਹਰ ਭਗਤ ਹੈ। ਹਰ ਦੇ ਗੁਣਾਂ ਦਾ ਜਿਹੜਾ ਗ੍ਰਹਿਣ ਕਰਨਾ ਹੈ, ਉਹ ਹਰ ਦੀ ਭਗਤ ਜਿਹੜੀ ਹੈ ਉਹ ਥਿਰ ਹੈ। ਤਹ ਰੱਖੋ ਮਨ ਮਾਹੇ, ਉਸ ਨੂੰ ਹੀ ਮਨ ਦੇ ਅੰਦਰ ਵਸਾ ਕੇ ਰੱਖੋ। ਸੁੱਖ ਦੁੱਖ ਵੇਲੇ ਉਹ ਕਿਸੇ ਦੇ ਨਾਲ ਜੇ ਸ਼ੇਅਰ ਵੀ ਕੀਤੀ ਜਾਏ ਤੇ ਘਟਦੀ ਨਹੀਂ ਹੈ। ਜੇ ਦੂਸਰਾ ਕੋਈ ਲੈ ਜਾਵੇ ਤੇ ਮੇਰੇ ਕੋਲੋਂ, ਹਾਂ, ਮੇਰੇ ਮਨ ਦੇ ਅੰਦਰ ਕੋਈ ਸ਼ੰਕਾ ਪੈਦਾ ਹੋ ਗਿਆ ਹੈ ਤੇ ਗੁਰੂ ਸਾਹਿਬ ਸਾਨੂੰ ਇਹ ਸਮਝਾਣਾ ਕਰਦੇ ਨੇ ਕਿ ਜਿਹੜੀ ਹਰ ਦੀ ਭਗਤ ਹੈ, ਜਿਹੜੀ ਹਰੀ ਦੇ ਗੁਣਾ, ਜਿਹੜੇ ਅੱਲਾ ਅਕਾਲ ਪੁਰਖ ਵਾਹਿਗੁਰੂ ਰਾਮ, ਇਹਨਾਂ ਦੇ ਜਿਹੜੇ ਗੁਣਾਂ ਦੀ ਉਹਦੇ ਕੋਲ ਹੈਗੀ ਸੀ ਇਨਫੋਰਮੇਸ਼ਨ, ਉਹ ਮੇਰੇ ਨਾਲ ਸਾਂਝੀ ਕਰਕੇ ਮੇਰਾ ਦੁੱਖ ਦੂਰ ਜ਼ਰੂਰ ਕਰ ਸਕਦਾ ਹੈ। ਮੈਨੂੰ ਅਗਰ ਸਰੀਰਕ ਤੌਰ ਤੇ ਕਸ਼ਟ ਹੋਵੇ ਜਾਂ ਮਾਨਸਿਕ ਕਸ਼ਟ ਹੋਵੇ, ਮੇਰਾ ਪਰਸਨਲ ਹੋਵੇ, ਉਹਨੂੰ ਉਹ ਸ਼ੇਅਰ ਨਹੀਂ ਕਰ ਸਕਦਾ, ਉਹਨੂੰ ਨਹੀਂ ਲੈ ਸਕਦਾ। ਪਰ ਹਾਂ, ਮੇਰੇ ਉਸ ਮਾਨਸਿਕ ਪ੍ਰੋਬਲਮ, ਟਰਬਲ ਜਾਂ ਮਿਸ ਇਨਫੋਰਮੇਸ਼ਨ ਨੂੰ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਕੇ ਜ਼ਰੂਰ ਦੂਰ ਕਰ ਸਕਦਾ ਹੈ। ਤੇ ਅੱਜ ਦੀ ਸਾਡੀ ਜਿਹੜੀ ਵਿਚਾਰ ਹੈ ਉਹ ਅਸੀਂ ਇੱਥੇ ਹੀ ਸਮੇਟਾਂਗੇ। ਆਪ ਸਭ ਸਾਡੇ ਨਾਲ ਪਿਆਰ ਤੇ ਸਾਂਝ ਬਣਾਈ ਰੱਖੋ, ਕਿਉਂਕਿ ਆਪ ਸਭ ਦੇ ਸਪੋਰਟ ਦੇ ਨਾਲ ਹੀ ਅਸੀਂ ਇਹੋ ਜਿਹੇ ਹੋਰ ਪ੍ਰੋਗਰਾਮਸ ਲਿਆਉਣ ਦੀ ਸੋਚ ਰਹੇ ਹਾਂ। ਆਪਣੇ ਫੀਡਬੈਕਸ, ਆਪਣੇ ਸੁਜੈਸ਼ਨਸ ਸਾਨੂੰ ਜ਼ਰੂਰ ਭੇਜੋ। ਔਰ ਹਾਂ, ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤੁਹਾਡੇ ਕੋਲ ਹੁਣੇ ਇੱਥੇ ਇੱਕ ਗੋਲ ਰਾਉਂਡ ਦੇ ਅੰਦਰ ਆਏਗਾ, ਭਾਈ ਸਾਹਿਬ ਜੀ ਲਿਖਿਆ ਹੋਇਆ, ਉਹਨੂੰ ਕਲਿੱਕ ਕਰਕੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਨਹੀਂ ਤਾਂ ਉਹਦੇ ਉੱਤੇ ਇੱਕ ਵੀਡੀਓ ਚੱਲ ਰਹੀ ਹੈ ਜਿਹੜੀ ਤਰੀਕਾ ਦੱਸੇਗੀ ਇਸ ਚੈਨਲ ਨੂੰ ਸਬਸਕ੍ਰਾਈਬ ਕਿੱਦਾਂ ਕਰਨਾ ਹੈ। ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਹੋਰ ਲੋਕਾਂ ਨਾਲ ਸਾਡੀ ਸਾਂਝ ਬਣੇ। ਔਰ ਤੁਸੀਂ ਸਬਸਕ੍ਰਾਈਬ ਕਰੋਗੇ, ਹੋਰਾਂ ਨੂੰ ਵੀ ਇਨੀਸ਼ੀਏਟ ਕਰੋ, ਹੋਰਾਂ ਨੂੰ ਵੀ ਇਨਸਪਾਇਰ ਕਰੋ ਕਿ ਉਹ ਸਬਸਕ੍ਰਾਈਬ ਕਰਨ, ਤਾਂ ਕਿ ਅਸੀਂ ਹੋਰ ਦਿਲ ਦੇ ਨਾਲ, ਹੋਰ ਮਨ ਕਰਕੇ ਆਪ ਸਭ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਰਹੀਏ। ਅੱਜ ਵਾਸਤੇ ਇੰਨਾ ਹੀ। ਅੱਗੇ ਦੁਬਾਰਾ ਫਿਰ ਹਾਜ਼ਰ ਹੋਵਾਂਗੇ। ਅੱਗੇ ਸ਼ਲੋਕ ਨੰਬਰ 49 ਤੋਂ ਲੈ ਕੇ 57 ਦਾ ਐਪੀਸੋਡ ਇੱਕ ਰਹਿ ਗਿਆ ਹੈ, ਉਹ ਸਾਡਾ ਲਾਸਟ ਹੋਏਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਅਗਲੇ ਪ੍ਰੋਗਰਾਮ ਵੱਲ ਤੁਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।